So, students, in this session, we are going to discuss the topic that is microbes as biocontrol agents, right? So, in our last video, or we can say in our last videos, we have already discussed how microorganisms can be useful in preparation of household products, in industrial products, in sewage treatment, helps in biogas production, right? So microorganisms are useful in many ways to us, right? So इस chapter ਦੇ ਵਿੱਚ ਅਸੀਂ ਕੀ discuss ਕਰਨਾ ਹੈ? How microorganisms are used as biocontrol agents. ਪਹਿਲਾਂ ਅਸੀਂ ਇਹਦਾ ਮਤਲਬ ਸਮਝਦੇ ਹਾਂ, ਦੈਨ ਅਸੀਂ ਟੌਪਿਕ ਡਿਸਕਸ ਕਰਦੇ ਹਾਂ। ਅਸੀਂ ਕੀ ਦੇਖਦੇ ਹਾਂ ਸਟੂਡੈਂਟਸ ਕਿ ਸਾਡੇ ਪਲਾਂਟਸ ਨੂੰ ਬਹੁਤ ਸਾਰੇ ਤਰ੍ਹਾਂ ਦੀਆਂ ਡਿਜ਼ੀਜ਼ਸ ਜਾਂ ਬਹੁਤ ਸਾਰੇ ਤਰ੍ਹਾਂ ਦੇ ਇਹੋ ਜਿਹੇ ਪੈਸਟ ਨੇ, ਡਿਜ਼ੀਜ਼ ਕਾਜ਼ਿੰਗ ਆਰਗੈਨਿਜ਼ਮ ਨੇ ਜਿਹੜੇ ਸਾਡੇ ਪਲਾਂਟਸ ਨੂੰ ਡਿਜ਼ੀਜ਼ਸ ਕਾਜ਼ ਕਰਦੇ ਨੇ। ਸੋ ਅਸੀਂ ਉਹਦੇ ਲਈ ਕੀ ਕਰਦੇ ਹਾਂ? ਤਾਂ ਖੇਤਾਂ 'ਚ ਅਕਸਰ ਕੀ ਕੀਤਾ ਜਾਂਦਾ ਹੈ? ਪੈਸਟੀਸਾਈਡ ਦੇ ਸਪਰੇਅ ਕਰਤੇ, ਇਨਸੈਕਟੀਸਾਈਡ ਦੇ ਸਪਰੇਅ ਕਰਤੇ। ਔਰ ਸਾਨੂੰ ਪਤਾ ਹੈ ਕਿ ਜਿਹੜੇ ਅਸੀਂ ਇਹ ਸਪਰੇਅ ਕਰਦੇ ਹਾਂ, ਜਿਹੜੇ ਅਸੀਂ ਕੈਮੀਕਲਸ ਯੂਜ਼ ਕਰਦੇ ਹਾਂ, ਦੇ ਆਰ ਰੀਅਲੀ ਹਾਰਮਫੁਲ ਐਂਡ ਟੌਕਸਿਕ, ਰਾਈਟ? ਸੋ ਸਾਡੇ ਲਈ ਵੀ ਅਤੇ ਐਨੀਮਲਸ ਲਈ ਵੀ। ਔਰ ਅਸੀਂ ਇਹ ਵੀ ਚੀਜ਼ ਪੜ੍ਹੀ ਹੈ ਇਨ ਇਨਵਾਇਰਮੈਂਟ ਵਾਲਾ ਜਿਹੜਾ ਸਾਡਾ ਯੂਨਿਟ ਸੀ, ਅਸੀਂ ਉਹ 'ਚ ਪੜ੍ਹਿਆ ਇੱਕ ਪ੍ਰੋਸੈਸ ਬਾਇਓਮੈਗਨੀਫਿਕੇਸ਼ਨ। ਸੋ ਜਿਹੜੇ ਇਹ ਕੈਮੀਕਲਸ ਹੁੰਦੇ ਨੇ ਇਹ ਸਾਡੀ ਫੂਡ ਚੇਨ 'ਚ ਐਂਟਰ ਕਰਦੇ ਆ, ਤਾਂ ਵਨ ਆਫਟਰ ਦਾ ਅਦਰ ਟ੍ਰੋਫਿਕ ਲੈਵਲ ਉਹਦੀ ਕੰਸਨਟ੍ਰੇਸ਼ਨ ਰਾਈਜ਼ ਕਰਦੀ ਹੈ, ਤਾਂ ਉਹਦੇ ਕਰਕੇ ਬਹੁਤ ਸਾਰੀ ਬਿਮਾਰੀਆਂ ਹੁੰਦੀਆਂ ਨੇ, ਰਾਈਟ? ਸੋ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਅਗਰ ਅਸੀਂ ਬਾਇਓਲੋਜੀਕਲ ਆਰਗੈਨਿਜ਼ਮ ਨੂੰ ਜਿਹੜੇ ਕਰਨੇ ਮਾਈਕਰੋ ਆਰਗੈਨਿਜ਼ਮ ਉਹ ਨੇ ਜਿਹੜੇ ਹਾਰਮਫੁਲ ਨਹੀਂ ਹੋਣਗੇ, ਉਹਨਾਂ ਨੂੰ ਯੂਜ਼ ਕਰਾਂਗੇ ਟੂ ਕੰਟਰੋਲ ਪੈਸਟ ਐਂਡ ਡਿਜ਼ੀਜ਼ਸ। ਮਤਲਬ ਕਿ ਅਸੀਂ ਕੋਈ ਇਹੋ ਜਿਹਾ, ਮਤਲਬ ਜ਼ਰੂਰੀ ਨਹੀਂ ਮਾਈਕਰੋ ਆਰਗੈਨਿਜ਼ਮ, ਕੋਈ ਇਹੋ ਜਿਹਾ ਆਰਗੈਨਿਜ਼ਮ ਯੂਜ਼ ਕਰ ਲਾਂਗੇ ਲਿਵਿੰਗ ਜਿਹੜਾ ਆਪ ਹਾਰਮਫੁਲ ਨਹੀਂ ਹੋਏਗਾ, ਪਰ ਉਹ ਸਾਡੇ ਲਈ ਹਾਰਮਫੁਲ ਪੈਸਟ ਅਤੇ ਡਿਜ਼ੀਜ਼ ਕਾਜ਼ ਕਰਨ ਵਾਲੇ ਪੈਥੋਜਨ ਤੋਂ ਸਾਨੂੰ ਰਾਹਤ ਦਿਲਵਾਏਗਾ, ਠੀਕ ਹੈ? ਸੋ ਅਸੀਂ ਇੱਥੇ ਇੰਗਲਿਸ਼ ਲਿਟਰਲ ਇੱਕ ਮੀਨਿੰਗ ਦੇਖ ਲੈਂਦੇ। ਬਾਇਓ ਕੰਟਰੋਲ ਦਾ ਮਤਲਬ ਕੀ ਹੈ? ਬਾਇਓਲੋਜੀਕਲ ਮੈਥਡ ਨੂੰ ਯੂਜ਼ ਕਰਨਾ ਪਲਾਂਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਾਂ ਪਲਾਂਟਸ ਨੂੰ ਪੈਸਟ ਤੋਂ ਬਚਾਉਣ ਲਈ। ਹੁਣ ਬਾਇਓਲੋਜੀਕਲ ਮੈਥਡ 'ਚ ਕੀ ਹੋਊਗਾ? ਬਾਇਓਲੋਜੀਕਲ ਮੈਥਡ 'ਚ ਕੋਈ ਕੈਮੀਕਲ ਥੋੜ੍ਹੀ ਆਉਣਗੇ। ਸੋ ਬਾਇਓਲੋਜੀਕਲ ਮੈਥਡ 'ਚ ਸਾਡੇ ਕੋਲ ਬਾਇਓਲੋਜੀਕਲ ਆਰਗੈਨਿਜ਼ਮ ਆਉਣਗੇ, ਦੈਟ ਮੀਨਸ ਲਿਵਿੰਗ ਆਰਗੈਨਿਜ਼ਮਸ ਆਉਣਗੇ ਵਿਚ ਆਰ ਹੈਲਪਫੁਲ ਇਨ ਕੰਟਰੋਲਿੰਗ ਪਲਾਂਟ ਡਿਜ਼ੀਜ਼ਸ ਐਂਡ ਪੈਸਟ, ਠੀਕ ਹੈ? ਸੋ ਬਾਇਓਲੋਜੀਕਲ ਕੰਟਰੋਲ ਦੇ ਵਿੱਚ ਸਾਡੇ ਕੋਲ ਕੀ ਆਉਂਦਾ ਸਟੂਡੈਂਟਸ? ਐਗਰੀਕਲਚਰ ਦੇ ਵਿੱਚ ਕਹਿੰਦਾ ਸਾਡੇ ਕੋਲ ਇਹੋ ਜਿਹੇ ਕਈ ਮੈਥਡਸ ਨੇ ਪੈਸਟ ਨੂੰ ਕੰਟਰੋਲ ਕਰਨ ਲਈ, ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ? ਨੈਚੁਰਲ ਪ੍ਰੀਡੇਸ਼ਨ ਯੂਜ਼ ਕਰਦੇ ਹਾਂ। ਕਹਿਣ ਦਾ ਮਤਲਬ ਮੈਂ ਤੁਹਾਨੂੰ ਇੱਥੇ ਮੀਨਿੰਗ ਸਮਝਾਉਂਦੀ ਹਾਂ। ਇੱਕ ਆਰਗੈਨਿਜ਼ਮ ਹੈ, ਉਹ ਦੂਜੇ ਆਰਗੈਨਿਜ਼ਮ ਨੂੰ ਖਾ ਜਾਂਦਾ ਹੈ। ਅਸੀਂ ਪ੍ਰੀਡੇਸ਼ਨ ਪੜ੍ਹੀ ਹੋਈ ਨਾ, ਪ੍ਰੀਡੇਟਰ ਅਤੇ ਪ੍ਰੇ। ਜਿਹੜਾ ਆਰਗੈਨਿਜ਼ਮ ਸ਼ਿਕਾਰ ਕਰਦਾ ਹੈ ਪ੍ਰੀਡੇਟਰ, ਜਿਹਦਾ ਸ਼ਿਕਾਰ ਕਰਦਾ ਪ੍ਰੇ। ਹੁਣ ਇੱਥੇ ਇੱਕ ਧਿਆਨ ਨਾਲ ਗੱਲ ਸਮਝਿਓ, ਜੇ ਤੁਹਾਡਾ ਪ੍ਰੇ ਬਿਮਾਰੀ ਫੈਲਾਉਣ ਵਾਲਾ ਹੋਇਆ, ਪ੍ਰੇ ਤੁਹਾਡੀ ਫਸਲਾਂ ਨੂੰ ਬਿਮਾਰੀ ਕਰ ਰਿਹਾ, ਤੁਸੀਂ ਉਸ ਖੇਤਾਂ 'ਚ ਪ੍ਰੀਡੇਟਰ ਇੰਟਰੋਡਿਊਸ ਕਰਾ ਦਿਓ। ਪ੍ਰੀਡੇਟਰ ਕੀ ਕਰੇਗਾ? ਤੁਹਾਡੀ ਫਸਲ ਨੂੰ ਨੁਕਸਾਨ ਤਾਂ ਨਹੀਂ ਕਰੇਗਾ, ਪਰ ਪ੍ਰੇ ਨੂੰ ਖਾ ਜੂਗਾ। ਤੁਹਾਨੂੰ ਪ੍ਰੇ ਤੋਂ ਰਾਹਤ ਮਿਲ ਗਈ, ਬਸ ਅਸੀਂ ਇੱਥੇ ਉਹ ਕਰਨ ਜਾ ਰਹੇ ਹਾਂ। ਕਲੀਅਰ ਹੈ? ਸੋ ਅਸੀਂ ਇੱਥੇ ਪ੍ਰੀਡੇਸ਼ਨ ਦਾ ਫਿਨੋਮੀਨਾ ਯੂਜ਼ ਕਰਦੇ ਹਾਂ ਰਾਦਰ ਯੂਜ਼ਿੰਗ ਕੈਮੀਕਲਸ। ਕੈਮੀਕਲ ਸਾਨੂੰ ਹਾਨੀਕਾਰਕ ਹੋਣਗੇ, ਸਾਡੇ ਲਈ ਹਾਰਮਫੁਲ ਹੋਣਗੇ, ਬਟ ਪ੍ਰੀਡੇਟਰ ਨਹੀਂ ਹੋਏਗਾ। ਪ੍ਰੀਡੇਟਰ ਪ੍ਰੇ ਲਈ ਹਾਰਮਫੁਲ ਹੈ, ਪਰ ਫਸਲਾਂ ਲਈ ਨਹੀਂ ਹੈ। ਕਲੀਅਰ ਹੋ ਗਿਆ? ਸੋ ਦਾ ਆਰਗੈਨਿਕ ਫਾਰਮਰ ਜਿਹੜਾ ਆਰਗੈਨਿਕ ਫਾਰਮਿੰਗ ਕਰਦੇ ਨੇ, ਉਹ ਕੀ ਕਰਦੇ ਨੇ? ਉਹ ਜਾਣਦੇ ਹੈ ਕਿ ਅਸੀਂ ਆਪਣੀ ਬਾਇਓਡਾਇਵਰਸਿਟੀ ਨੂੰ ਪ੍ਰੋਟੈਕਟ ਕਰਨਾ ਹੈ। ਸੋ ਇੱਦਾਂ ਦਾ ਸਿਸਟਮ ਕ੍ਰੀਏਟ ਕਰਦੇ। ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣਨਾ। ਅਸੀਂ ਕਰਨਾ ਕੀ ਹੈ? ਅਸੀਂ ਪ੍ਰੀਡੇਟਰ ਇੰਟਰੋਡਿਊਸ ਕਰਵਾਉਣਾ ਹੈ ਪ੍ਰੇ ਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਲਈ। ਪਲੀਜ਼ ਕੀਪ ਇਟ ਇਨ ਮਾਈਂਡ, ਅਸੀਂ ਪ੍ਰੇ ਖਤਮ ਨਹੀਂ ਕਰ ਦੇਣਾ। ਜਿਹੜਾ ਇਨਸੈਕਟ, ਕੋਈ ਪੈਸਟ ਜਿਹੜਾ ਤੁਹਾਡੇ ਖੇਤਾਂ 'ਚ ਜਾਂ ਫਸਲਾਂ ਨੂੰ ਤੁਹਾਡੇ ਡਿਜ਼ੀਜ਼ ਕਾਜ਼ ਕਰਾ ਰਿਹਾ ਹੈ, ਤੁਸੀਂ ਉਹਨੂੰ ਫਿਨਿਸ਼ ਆਊਟ ਨਹੀਂ ਕਰਨਾ, ਤੁਸੀਂ ਉਹਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ, ਠੀਕ ਹੈ? ਕਿਉਂਕਿ ਜਿਹੜਾ ਆਰਗੈਨਿਕ ਫਾਰਮਿੰਗ ਜਿਹੜੇ ਕਰਦੇ ਨੇ, ਉਹ ਉਹਨਾਂ ਦੇ ਮਾਈਂਡ ਦੇ ਵਿੱਚ ਇੱਕ ਸੈਟਅਪ ਹੁੰਦਾ ਹੈ ਕਿ ਅਸੀਂ ਜਿਹੜਾ ਪ੍ਰੇ ਹੈ ਉਹਦਾ ਮੈਨੇਜੇਬਲ ਲੈਵਲ, ਮਤਲਬ ਉਹਦਾ ਲੈਵਲ ख़त्म नहीं करना, ਉਹਨੂੰ ਜ਼ੀਰੋ ਨਹੀਂ ਕਰਨਾ, ਅਸੀਂ ਉਹਨੂੰ ਕੰਟਰੋਲ ਕਰਨਾ ਹੈ। ਤਾਂ ਅਸੀਂ ਦੇਖੋ ਬੇਟਾ, ਜੇ ਮੈਂ ਹੁਣ ਕਹਾਂ ਪ੍ਰੀਡੇਟਰ ਨੂੰ ਇੰਨੇ ਪ੍ਰੀਡੇਟਰ ਇੰਟਰੋਡਿਊਸ ਕਰਾ ਲਓ ਕਿ ਸਾਰੇ ਪ੍ਰੇ ਨੂੰ ख़त्म ਕਰ ਦੇਣ,
ਦੋ ਚੀਜ਼ਾਂ ਦਾ ਨੁਕਸਾਨ ਹੋਏਗਾ, ਇੱਕ ਤਾਂ ਤੁਹਾਡੀ ਬਾਇਓਡਾਇਵਰਸਿਟੀ ਲਾਸ ਹੋ ਗਈ, ਪ੍ਰੇ ਮਰ ਗਿਆ, ਤੁਹਾਡਾ ਜਿਹੜੇ ਬਾਇਓਡਾਇਵਰਸਿਟੀ ਉਹਦਾ ਲਾਸ ਹੋਇਆ। ਦੂਸਰਾ ਪ੍ਰੀਡੇਟਰ ਦਾ ਖਾਣਾ ਮੁੱਕ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਪ੍ਰੀਡੇਟਰ ਇੰਟਰੋਡਿਊਸ ਕਰਾ ਕੇ ਪ੍ਰੇ ਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਾ ਲੈਂਦੇ ਤਾਂ ਕਿ ਤੁਹਾਡੀ ਫਸਲਾਂ ਬਚ ਸਕਣ। ਕਲੀਅਰ ਹੋ ਗਿਆ? ਕੰਪਲੀਟ ਇਰੈਡੀਕੇਸ਼ਨ ਆਫ ਪੈਸਟਸ ਇਜ਼ ਨੀਦਰ ਪੋਸੀਬਲ। ਅਸੀਂ ਪੂਰੀ ਤਰੀਕੇ ਨਾਲ ਪੈਸਟ ਨੂੰ, ਜਿਹੜਾ ਬਿਮਾਰੀ ਫੈਲਾ ਰਿਹਾ ਹੈ, ਉਹਨੂੰ ਪੂਰੇ ਤਰੀਕੇ ਨਾਲ ਖ਼ਤਮ ਕਰੀਏ, ਨਾ ਤਾਂ ਇਹ ਚੀਜ਼ ਪੋਸੀਬਲ ਹੈ, ਨਾ ਇਹ ਡਿਜ਼ਾਇਰੇਬਲ ਹੈ। ਨਾ ਇਹ ਚੀਜ਼ ਪੋਸੀਬਲ ਹੈ, ਨਾ ਡਿਜ਼ਾਇਰੇਬਲ ਹੈ, ਨਾ ਸਾਡੀ ਇੱਛਾ ਹੈ ਅਤੇ ਨਾ ਉਹ ਖ਼ਤਮ ਹੋਣੀ ਹੈ। ਇਹ ਅਗਰ ਅਸੀਂ ਪੈਸਟ ਨੂੰ ਇਰੈਡੀਕੇਟ ਕਰਤਾ ਤਾਂ ਦ ਬੈਨੀਫੀਸ਼ੀਅਲ ਪ੍ਰੀਡੇਟਰੀ ਐਂਡ ਪੈਰਾਸਿਟਿਕ ਇਨਸੈਕਟ ਜਿਹੜਾ ਇੱਕ ਦੂਜੇ 'ਤੇ ਡਿਪੈਂਡ ਕਰਦੇ ਆ, ਉਹ ਖਤਮ ਹੋ ਜਾਏਗਾ। ਮਤਲਬ ਕਿ ਮੈਂ ਉਹੀ ਗੱਲ ਤੁਹਾਨੂੰ ਪਹਿਲਾਂ ਹੀ ਦੱਸਤੀ ਕਿ ਪ੍ਰੀਡੇਟਰ ਨੇ ਪ੍ਰੇ ਨੂੰ ਖਾਣਾ, ਜੇ ਪ੍ਰੇ ਜ਼ੀਰੋ ਹੋ ਗਏ ਤਾਂ ਪ੍ਰੀਡੇਟਰ ਤਾਂ ਫਿਰ ਬਚੂਗਾ ਨਹੀਂ, ਤੁਹਾਡੀ ਬਾਇਓਡਾਇਵਰਸਿਟੀ ਦਾ ਲਾਸ ਹੋਏਗਾ। ਸੋ ਅਸੀਂ ਪ੍ਰੀਡੇਟਰ ਇੰਟਰੋਡਿਊਸ ਕਰਾ ਕੇ ਪ੍ਰੇ ਦੀ ਪੋਪੂਲੇਸ਼ਨ ਨੂੰ ਘਟਾਉਣਾ ਹੈ, ਕੰਟਰੋਲ ਕਰਨਾ ਹੈ, ਮੈਨੇਜ ਕਰਨਾ, ਨਾ ਕਿ ਉਹਨੂੰ ਖਤਮ ਕਰਨਾ ਹੈ। ਆਪਣੇ ਅਸੀਂ ਈਕੋਸਿਸਟਮ ਨੂੰ ਡਿਸਟਰਬ ਨਹੀਂ ਕਰਨਾ, ਕਿਉਂਕਿ ਪ੍ਰੇ ਖਤਮ ਹੋਣ 'ਤੇ ਪ੍ਰੀਡੇਟਰ ਨੂੰ ਫਰਕ ਪਏਗਾ, ਈਵਨ ਪੂਰੀ ਫੂਡ ਚੇਨ ਡਿਸਟਰਬ ਹੋ ਜਾਏਗੀ। ਅਸੀਂ ਕਹਿੰਦੇ ਹਾਂ ਨਾ ਘਰਾਂ 'ਚ ਕਿ ਲੋਕ ਜਿਹੜੇ ਆ ਲਿਜ਼ਰਡ ਨੂੰ, ਛਿਪਕਲੀ ਨੂੰ ਮਾਰ ਦਿੰਦੇ, ਮਾਰੋ ਕਿ ਭਜਾਓ ਉਹਨੂੰ ਬਸ। ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਉਹਨੂੰ ਆਪਣੇ ਇੱਕ ਰੂਮ 'ਚੋਂ ਬਾਹਰ ਕਰ ਦਿਓ, ਰੈਦਰ ਦੈਨ ਤੁਸੀਂ ਇਹ ਕਹੋ ਕਿ ਤੁਸੀਂ ਉਹਨੂੰ ਲਿਜ਼ਰਡ ਨੂੰ ਮਾਰ ਦਿਓ। ਵਾਈ? ਕਿਉਂਕਿ ਉਹ ਤਾਂ ਤੁਹਾਡੇ ਲਈ ਮੱਛਰਾਂ ਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਾ ਰਹੇ ਹੈ। ਕਲੀਅਰ ਹੈ ਨਾ? ਸੋ ਆਮ ਜਸਟ ਗਿਵਿੰਗ ਯੂ ਸਿੰਪਲ ਐਗਜ਼ਾਮਪਲ ਸੋ ਦੈਟ ਯੂ ਕੈਨ ਅੰਡਰਸਟੈਂਡ ਦ ਕੰਸੈਪਟ। ਸੋ ਹੁਣ ਅਸੀਂ ਕੁਝ ਐਗਜ਼ਾਮਪਲਸ ਕਰਾਂਗੇ। ਤੁਸੀਂ ਲੇਡੀ ਬਰਡ ਬੀਟਲ ਦੇਖਿਆ ਸਾਰਿਆਂ ਨੇ, ਐਂਡ ਡਰੈਗਨ ਫਲਾਈਜ਼, ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਟੂ ਗੈਟ ਰਿਡ ਆਫ ਏਫਿਡਸ ਐਂਡ ਮਸਕੀਟੋਸ। ਏਫਿਡਸ ਐਂਡ ਮਸਕੀਟੋ ਦੀ ਪੋਪੂਲੇਸ਼ਨ ਨੂੰ ਕੰਟਰੋਲ ਕੀਤਾ ਜਾਂਦਾ ਹੈ ਲੇਡੀ ਬਰਡ ਬੀਟਲ ਅਤੇ ਡਰੈਗਨ ਫਲਾਈ ਦੀ ਮਦਦ ਦੇ ਨਾਲ, ਸੋ ਦੈਟ ਮਸਕੀਟੋਸ ਅਤੇ ਏਫਿਡਸ ਤੋਂ ਅਸੀਂ ਬਚ ਸਕੀਏ। ਦੈਨ ਕੈਕਟੋਬਲਾਸਟਿਸ ਕਾਮਨਲੀ ਨੋਨ ਐਸ ਕੈਕਟਸ ਮੋਥ। ਕੈਕਟਸ ਨੂੰ ਖਾਣ ਵਾਲੀ ਇੱਕ ਮੋਥ ਹੈ, ਇੱਕ ਕੀੜਾ ਹੈ ਸਮਝ ਲਓ, ਉਹਨੂੰ ਆਸਟ੍ਰੇਲੀਆ ਦੇ ਵਿੱਚ ਇੰਟਰੋਡਿਊਸ ਕਰਾਇਆ ਜਾਂਦਾ ਹੈ ਟੂ ਕੰਟਰੋਲ ਦਾ ਪੋਪੂਲੇਸ਼ਨ ਆਫ ਓਪਨਸ਼ੀਆ ਕੈਕਟਸ। ਕੈਕਟਸ ਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਲਈ, ਬਿਕੋਜ਼ ਉਹਦੀ ਪੋਪੂਲੇਸ਼ਨ ਓਵਰਗਰੋ ਕਰ ਜੇ ਤਾਂ ਉਹ ਨੁਕਸਾਨ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਗਿਆ ਸਟੂਡੈਂਟਸ, ਬਟਰਫਲਾਈ ਕੈਟਰਪਿਲਰਸ ਕੈਨ ਬੀ ਕੰਟਰੋਲਡ ਥਰੂ ਬੈਕਟੀਰੀਆ ਬੈਸਿਲਸ ਥੂਰਿਨਜਾਈਨੇਸਿਸ। ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਟਰਫਲਾਈ ਹੈ, ਠੀਕ ਹੈ ਜੀ, ਉਹਦੇ ਕੈਟਰਪਿਲਰਸ ਬਟਰਫਲਾਈ ਦੇ ਨੂੰ ਮਤਲਬ ਤੁਸੀਂ ਕਹਿ ਲਓ, ਅਸੀਂ ਇੱਥੇ ਕਹਿ ਸਕਦੇ ਹਾਂ, ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਬਟਰਫਲਾਈ ਦੀ ਲਾਰਵਲ ਸਟੇਜ ਹੁੰਦੀ ਹੈ, ਬਟਰਫਲਾਈ ਬਣਨ ਤੋਂ ਪਹਿਲਾਂ, ਕੈਟਰਪਿਲਰਸ ਉਹ ਜਿਹੜੇ ਹੈ ਉਹ ਵੀ ਸਾਡੇ ਤੁਸੀਂ ਕਹਿ ਸਕਦੇ ਹੋ ਪਲਾਂਟਸ ਨੂੰ ਅਟੈਕ ਕਰਦੇ ਆ। ਠੀਕ ਹੈ। ਸੋ ਉਹਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਲਈ ਅਸੀਂ ਇੱਕ ਬੈਕਟੀਰੀਆ ਯੂਜ਼ ਕਰਦੇ ਹਾਂ, ਬੈਸਿਲਸ ਥੂਰਿਨਜਾਈਨੇਸਿਸ। ਅਸੀਂ ਕੀ ਕਰਦੇ ਹਾਂ, ਜੈਨੇਟਿਕ ਇੰਜੀਨੀਅਰਿੰਗ ਦੀ ਮਦਦ ਨਾਲ ਅਸੀਂ ਹਜੇ ਇੱਕ ਯੂਨਿਟ ਪੜ੍ਹਨਾ ਹੈ ਬਾਇਓਟੈਕਨੋਲੋਜੀ ਦਾ, ਅਸੀਂ ਉਹ 'ਚ ਪੜ੍ਹਾਂਗੇ ਕਿ ਬੈਸਿਲਸ ਥੂਰਿਨਜਾਈਨੇਸਿਸ ਤੋਂ ਇੱਕ ਜੀਨਸ ਲਿਆ ਜਾਂਦਾ ਹੈ। ਠੀਕ ਹੈ ਜੀ। ਉਹਨੂੰ ਪਲਾਂਟ ਵਿੱਚ ਇੰਟਰੋਡਿਊਸ ਕਰਾਤਾ ਜਾਂਦਾ ਹੈ। ਠੀਕ ਹੈ ਜੀ। ਹੁਣ ਉਹ ਜਿਹੜਾ ਪਲਾਂਟ ਹੈ, ਜਦੋਂ ਉਹਨੂੰ ਬਟਰਫਲਾਈ ਦਾ ਕੈਟਰਪਿਲਰ ਖਾਣ ਆਊਗਾ ਤਾਂ ਜਿਹੜਾ ਕੈਟਰਪਿਲਰ ਹੈ ਉਹ ਜਦੋਂ ਪਲਾਂਟ ਨੂੰ ਖਾਣ ਦੀ ਕੋਸ਼ਿਸ਼ ਕਰੇਗਾ ਤਾਂ ਇਸ ਜੀਨਸ ਦੇ ਕਰਕੇ ਪਲਾਂਟ ਇੱਕ ਟੌਕਸਿਕ ਸਬਸਟੈਂਸ ਪੈਦਾ ਕਰੇਗਾ, ਜਿਹਦੇ ਕਰਕੇ ਕੈਟਰਪਿਲਰ ਮਰ ਜੂਗਾ। ਗੱਲ ਅੰਡਰਸਟੈਂਡ ਹੋ ਗਈ ਜੀ। ਅਸੀਂ ਬੈਸਿਲਸ ਥੂਰਿਨਜਾਈਨੇਸਿਸ ਬੈਕਟੀਰੀਆ ਦਾ ਇੱਕ ਜੀਨਸ ਲੈ ਕੇ ਪਲਾਂਟ ਦੇ ਵਿੱਚ ਇੰਟਰੋਡਿਊਸ ਕਰਵਾ ਦਿੰਦੇ ਹਾਂ। ਸੋ ਪਲਾਂਟ ਦੇ ਵਿੱਚੋਂ ਕੀ ਕਰਦਾ, ਜਦੋਂ ਅਸੀਂ ਉਹਨੂੰ ਪਲਾਂਟ 'ਚ ਇੰਟਰੋਡਿਊਸ ਕਰਵਾ ਦਿੰਦੇ ਹਾਂ, ਪਲਾਂਟ ਨੂੰ ਇਨਸੈਕਟ ਜਾਂ ਪੈਸਟ ਰੈਜ਼ਿਸਟੈਂਟ ਬਣਾ ਦਿੰਦਾ ਹੈ ਕਿ ਜਦੋਂ ਉਹਨੂੰ ਇਨਸੈਕਟ ਪੈਸਟ ਖਾਣ ਆਉਂਦਾ ਤਾਂ ਉਹ ਜਿਹੜਾ ਟੌਕਸਿਕ ਸਬਸਟੈਂਸ ਪੈਦਾ ਕਰਦਾ ਹੈ ਜੀਨਸ, ਤਾਂ ਉਹ ਉਹਨੂੰ ਇਨਸੈਕਟ ਜਾਂ ਪੈਸਟ ਨੂੰ ਖਤਮ ਕਰ ਦਿੰਦਾ ਹੈ। ਇਹ ਅਸੀਂ ਇਹਦੇ ਨਾਲ ਅਸੀਂ BT ਕਾਟਨ ਬਣਾਉਂਦੇ ਹਾਂ। BT ਸਟੈਂਡਸ ਫॉर ਬੈਸਿਲਸ ਥੂਰਿਨਜਾਈਨੇਸਿਸ, ਜਿਹਦਾ ਅਸੀਂ ਜੀਨਸ ਲੈ ਕੇ ਕਾਟਨ 'ਚ ਇੰਟਰੋਡਿਊਸ ਕਰਾਇਆ ਸੀ, ਸੋ ਦੈਟ ਉਹ ਇਨਸੈਕਟ ਅਤੇ ਪੈਸਟ ਤੋਂ ਬਚ ਸਕੇ। ਸੋ ਤੁਸੀਂ ਕੀ ਦੇਖ ਰਹੇ ਸੀ, ਇੱਥੇ ਕੋਈ ਕੈਮੀਕਲ ਨਹੀਂ ਯੂਜ਼ ਕਰ ਰਹੇ, ਅਸੀਂ ਬਾਇਓਲੋਜੀਕਲ ਮੈਥਡਸ ਯੂਜ਼ ਕਰ ਰਹੇ ਹਾਂ ਟੂ ਕੰਟਰੋਲ ਪੈਸਟਸ। ਨੈਕਸਟ ਐਗਜ਼ਾਮਪਲ ਦੇਖ ਲਓ, ਟ੍ਰਾਈਕੋਡਰਮਾ ਸਪੀਸ਼ੀਜ਼। ਇਹ ਇੱਕ ਤਰ੍ਹਾਂ ਦੀ ਫੰਗਸ ਹੈ ਸਟੂਡੈਂਟਸ। ਇਹ ਮੇਨਲੀ ਤੁਹਾਨੂੰ ਰੂਟਸ ਦੇ ਵਿੱਚ ਮਿਲਦੀ ਹੈ ਔਰ ਇੱਕ ਬਾਇਓ ਕੰਟਰੋਲ ਏਜੰਟ ਹੈ ਅਗੇਂਸਟ ਦਾ ਪੈਥੋਜਨਸ। ਦੇਖੋ ਇਹ ਤੁਹਾਨੂੰ ਪਲਾਂਟ ਦੀ ਇੱਕ ਫੰਗਸ ਪਲਾਂਟ ਦੀ ਜੜ੍ਹਾਂ 'ਚ ਮਿਲ ਰਹੀ ਹੈ, ਪਲਾਂਟ ਨੂੰ ਕਿੱਦਾਂ ਸਪੋਰਟ ਕਰ ਰਹੀ, ਹੈਲਪ ਕਰ ਰਹੀ, ਪਲਾਂਟ ਨੂੰ ਬਚਾਉਂਦੀ ਹੈ ਬਿਮਾਰੀ ਕੌਜ਼ ਕਰਨ ਵਾਲੇ ਬੈਕਟੀਰੀਆ ਤੋਂ। ਠੀਕ ਹੋ ਗਿਆ ਜੀ। ਇੱਕ ਹੋਰ ਐਗਜ਼ਾਮਪਲ ਕਰ ਲਓ, ਬਕੂਲੋ ਵਾਇਰਸ। ਇਹ ਇੱਕ ਐਸਾ ਪੈਥੋਜਨ ਹੈ ਜਿਹੜਾ ਅਟੈਕ ਕਰਦਾ ਇਨਸੈਕਟ ਅਤੇ ਆਰਥੋਪੋਡਸ ਨੂੰ। ਇਹ ਜਿਹੜਾ ਵਾਇਰਸ ਹੈ
ये एक ਇਹਦੀ ਇੱਕ ਇਨਸੈਕਟੀਸਾਈਡਲ ਪ੍ਰੋਪਰਟੀ ਹੈ। ਇਨਸੈਕਟੀ ਮੀਨਸ ਇਨਸੈਕਟਸਾਈਡਲ ਮੀਨਸ ਕਿਲ ਕਰਨਾ। ਇਹ ਇਨਸੈਕਟ ਨੂੰ ਜਾਂ ਕਈ ਆਰਥੋਪੋਡਸ ਨੂੰ ਕਿਲ ਕਰਦਾ ਹੈ, ਠੀਕ ਹੈ। ਇਹਦਾ ਸਾਡੇ 'ਤੇ ਜਾਂ ਪਲਾਂਟਸ 'ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ। ਇਹਦਾ ਮਤਲਬ ਇਹ ਵਾਲਾ ਵਾਇਰਸ ਪੌਦੇ ਲਈ ਜਾਂ ਸਾਡੇ ਲਈ ਕਈ ਬਿਮਾਰੀ ਕਾਜ਼ ਕਰਨ ਵਾਲੇ ਇਨਸੈਕਟ ਤੇ ਆਰਥੋਪੋਡ ਤੋਂ ਸਾਨੂੰ ਬਚਾਉਂਦਾ ਹੈ, ਠੀਕ ਹੈ ਜੀ। ਸਟੂਡੈਂਟਸ ਇੱਥੇ ਕੁਐਸਚਨ ਜਿਹੜਾ ਹੈ ਕੁਝ ਇਸ ਤਰੀਕੇ ਨਾਲ ਵੀ ਆ ਸਕਦਾ ਹੈ, ਹਾਊ ਫੰਜਾਈ ਹੈਲਪਸ ਇਨ ਐਜ਼ ਬਾਇਓ ਕੰਟਰੋਲ ਏਜੰਟ, ਤੁਸੀਂ ਆਹ ਵਾਲੀ ਐਗਜ਼ਾਮਪਲ ਦੇ ਦਿਓ। ਹਾਊ ਵਾਇਰਸ ਐਕਟ ਐਜ਼ ਬਾਇਓ ਕੰਟਰੋਲ ਏਜੰਟ, ਤੁਸੀਂ ਬਕੂਲੋ ਵਾਇਰਸ ਦੀ ਐਗਜ਼ਾਮਪਲ ਦੇ ਲਓ। ਮੇਰੀ ਗੱਲ ਅੰਡਰਸਟੈਂਡ ਕਰ ਰਹੇ ਸਾਰੇ? ਬੈਕਟੀਰੀਆ ਬੈਸਿਲਸ ਥੂਰੀਜਾਈਸਿਸ ਕਿਵੇਂ ਬਾਇਓ ਕੰਟਰੋਲ ਏਜੰਟ ਹੈ, ਤੁਸੀਂ ਇਹ ਐਗਜ਼ਾਮਪਲ ਦੇ ਸਕਦੇ ਹੋ, ਠੀਕ ਹੈ। ਅਸੀਂ ਇਸ ਤੋਂ ਪਹਿਲਾਂ ਜਿਹੜੀਆਂ ਐਗਜ਼ਾਮਪਲ ਕੀਤੀਆਂ ਉਹ 'ਚ ਅਸੀਂ ਕੀ ਪੜ੍ਹਿਆ, ਆਹ ਲੇਡੀ ਬਰਡ ਬੀਟਲ ਇਨਸੈਕਟ ਕਿਵੇਂ ਬਾਇਓ ਕੰਟਰੋਲ ਏਜੰਟ ਬਣਦੇ ਉਹ ਕਰ ਲਓ, ਠੀਕ ਹੈ। ਮੋਥ, ਸੋ ਅਸੀਂ ਇਨਸੈਕਟ, ਬੈਕਟੀਰੀਆ, ਵਾਇਰਸਿਸ, ਫੰਜਾਈ, ਅਸੀਂ ਦੇਖਿਆ ਕਿ ਹਾਊ ਦੇ ਐਕਟ ਐਜ਼ ਬਾਇਓ ਕੰਟਰੋਲ ਏਜੰਟ। ਇਹਦੀ ਸਪੈਸੀਫਿਕ ਐਗਜ਼ਾਮਪਲ ਵੀ ਤੁਹਾਨੂੰ ਐਗਜ਼ਾਮ 'ਚ ਇਹਦੇ 'ਤੇ ਕੁਐਸਚਨ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਨੈਕਸਟ ਸਾਡੇ ਕੋਲ ਆ ਗਿਆ ਸਟੂਡੈਂਟ ਇੱਕ ਹੋਰ ਟੌਪਿਕ, ਇੰਟੈਗਰੇਟਿਡ ਪੈਸਟ ਮੈਨੇਜਮੈਂਟ। ਇੰਟੈਗਰੇਟਿਡ ਪੈਸਟ ਮੈਨੇਜਮੈਂਟ ਨੂੰ ਇਨ ਸ਼ਾਰਟ IPM ਵੀ ਕਹਿੰਦੇ ਆ। ਇਹ ਤਾਂ ਸਟਾਰਟ ਕੀਤੀ ਗਈ ਸਟੂਡੈਂਟਸ ਟੂ ਪ੍ਰੋਟੈਕਟ ਆਵਰ ਇਨਵਾਇਰਮੈਂਟ, ਟੂ ਸੇਵ ਆਵਰ ਇਨਵਾਇਰਮੈਂਟ ਫਰੋਮ ਦਿਸ ਪੋਲਿਊਸ਼ਨ ਕਾਜ਼ ਬਾਏ ਕੈਮੀਕਲਸ। ਜੋ ਅਸੀਂ ਟੌਪਿਕ ਹੁਣੇ ਪੜ੍ਹ ਰਹੇ ਹਾਂ ਨਾ ਕਿ ਜਦੋਂ ਅਸੀਂ ਖੇਤਾਂ 'ਚ ਇਨਸੈਕਟੀਸਾਈਡ, ਪੈਸਟੀਸਾਈਡ ਵਗੈਰਾ ਐਡ ਕਰਾਉਂਦੇ ਹਾਂ ਤਾਂ ਉਹਦੇ ਨਾਲ ਸਾਡੀ ਫੂਡ ਚੇਨ ਡਿਸਟਰਬ ਹੁੰਦੀ ਹੈ, ਸਾਡਾ ਇਨਵਾਇਰਮੈਂਟ ਡਿਸਟਰਬ ਹੁੰਦਾ, ਵਾਟਰ ਬੋਡੀਜ਼ ਡਿਸਟਰਬ ਹੁੰਦੀਆਂ ਨੇ। ਉਸ ਚੀਜ਼ ਸਾਡੇ ਇਨਵਾਇਰਮੈਂਟ ਨੂੰ ਬਚਾਉਣ ਲਈ ਫਰੋਮ ਦੀਜ਼ ਕੈਮੀਕਲਸ ਵਿਚ ਆਰ ਯੂਜ਼ਡ ਇਨ ਐਗਰੀਕਲਚਰ, ਉਹਨਾਂ ਤੋਂ ਬਚਾਉਣ ਲਈ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਨੂੰ ਯੂਜ਼ ਕੀਤਾ ਗਿਆ। ਐਂਡ ਅਚੀਵ ਹਾਇਰ ਐਗਰੀਕਲਚਰ ਪ੍ਰੋਡਕਟੀਵਿਟੀ, ਅਤੇ ਨਾਲ ਦੇ ਨਾਲ ਇੱਕ ਤਾਂ ਉਹਨਾਂ ਬਿਮਾਰੀਆਂ ਤੋਂ ਬਚਾਉਣ ਲਈ, ਐਂਡ ਦੂਸਰਾ ਮਤਲਬ ਕਿ ਕੈਮੀਕਲਸ ਸਾਨੂੰ ਨਾ ਯੂਜ਼ ਕਰਨੇ ਪੈਣ ਇੱਕ ਇਸ ਚੀਜ਼ ਤੋਂ ਬਚਣ ਲਈ, ਅਤੇ ਦੂਸਰਾ ਖੇਤੀ ਦੀ ਪ੍ਰੋਡਕਟੀਵਿਟੀ, ਪ੍ਰੋਡਕਟਸ ਦੀ ਕੁਆਂਟਿਟੀ ਔਰ ਯੀਲਡ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਉਹ ਵੱਧ ਸਕੇ, ਅਸੀਂ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਸਟਾਰਟ ਕੀਤੀ। ਮੀਨਸ ਇੰਟੈਗਰੇਟਿਡ ਪੈਸਟ ਮੈਨੇਜਮੈਂਟ 'ਚ ਅਸੀਂ ਕੈਮੀਕਲਸ ਤੋਂ ਬਚਣਾ ਹੈ, ਠੀਕ ਹੈ ਜੀ। ਸੋ IPM ਜਿਹੜਾ ਉਹ ਸੇਫਰ ਮੀਨਸ ਮਤਲਬ ਇੱਕ ਸੇਫ ਤਰੀਕਾ ਹੈ ਪੈਸਟ ਅਤੇ ਪੈਥੋਜਨਸ ਅਤੇ ਵੀਡਸ ਤੋਂ ਨੂੰ ਕੰਟਰੋਲ ਕਰਨ ਦਾ, ਕਿ ਸਾਡੇ ਪੌਦੇ ਨਾ ਬਿਮਾਰੀ ਕਾਜ਼ ਕਰਨ ਵਾਲੇ ਪੈਸਟ ਤੋਂ, ਪੈਥੋਜਨ ਅਤੇ ਵੀਡਸ ਤੋਂ ਬਚ ਸਕਣ। ਇਹਦੇ ਵਿੱਚ ਮੇਨਲੀ ਅਸੀਂ ਕੀ ਕਰਦੇ ਹਾਂ, ਇੱਕ ਹੈਲਦੀ ਕ੍ਰੌਪ ਡਿਵੈਲਪ ਕਰਾਉਂਦੇ ਹਾਂ ਜਿਹਦੇ ਵਿੱਚ ਅਸੀਂ ਲੀਸਟ ਕੈਮੀਕਲਸ ਯੂਜ਼ ਕਰਦੇ ਹਾਂ ਅਤੇ ਨੈਚੁਰਲ ਮੈਥਡ, ਬਾਇਓਲੋਜੀਕਲ ਮੈਥਡ ਯੂਜ਼ ਕਰਦੇ ਹਾਂ ਪੈਸਟ ਅਤੇ ਇਨਸੈਕਟ ਨੂੰ ਕੰਟਰੋਲ ਕਰਨ ਦਾ, ਠੀਕ ਹੈ ਜੀ। ਸੋ ਇੱਥੇ ਇੱਕ ਨੋਟ ਹੈ ਉਹ ਵੀ ਅਸੀਂ ਦੇਖ ਲੈਂਦੇ ਹਾਂ। ਸੋ ਬਰੀਡਿੰਗ ਆਫ ਪੈਸਟ ਰੈਜ਼ਿਸਟੈਂਟ ਵੈਰਾਈਟੀ, ਬਹੁਤ ਸਾਰੀ ਅਸੀਂ ਇੱਦਾਂ ਦੀ ਵੈਰਾਈਟੀਜ਼ ਡਿਵੈਲਪ ਕਰ ਚੁੱਕੇ ਹਾਂ ਅਤੇ ਕਰ ਰਹੇ ਹਾਂ ਜਿਹੜੀ ਪੈਸਟ ਨੂੰ ਰੈਜ਼ਿਸਟ ਕਰਦੀ ਹੈ, ਠੀਕ ਹੈ। ਕ੍ਰੌਪ ਰੋਟੇਸ਼ਨ ਵੀ ਹੈ ਸਾਡੇ ਕੋਲ, ਇਨਸੈਕਟ ਐਜ਼ ਅ ਬੈਰੀਅਰ ਵੀ ਯੂਜ਼ ਕਰ ਸਕਦੇ। ਮੀਨਸ ਵੀ ਹੈਵ ਮੈਨੀ ਮੈਥਡਸ ਜਿਹਦੇ ਨਾਲ ਅਸੀਂ ਬਾਇਓਲੋਜੀਕਲੀ ਔਰ ਯੂ ਕੈਨ ਸੇ ਇਹੋ ਜਿਹੇ ਮੈਥਡਸ ਲਾਈਏ ਕਿ ਅਸੀਂ ਉਹਨਾਂ ਨੂੰ ਪਲਾਂਟਸ ਨੂੰ ਬਚਾ ਸਕੀਏ ਫਰੋਮ ਡਿਜ਼ੀਜ਼ਸ, ਉਹਨਾਂ ਦੀ ਪੈਦਾਵਾਰ ਨੂੰ ਵਧਾ ਸਕੀਏ ਅਤੇ ਕੈਮੀਕਲਸ ਤੋਂ ਬਚ ਸਕੀਏ, ਠੀਕ ਹੈ। ਜਿਵੇਂ ਇਨਸੈਕਟ ਨੂੰ ਐਜ਼ ਅ ਪ੍ਰੀਡੇਟਰ ਯੂਜ਼ ਕਰ ਰਹੇ ਹਾਂ ਪੈਥੋਜਨ ਵਗੈਰਾ ਤੋਂ ਬਚਣ ਲਈ। ਸੋ ਇਹ ਕੁਝ ਟੈਕਨੀਕਸ ਨੇ ਜਿਹਦੇ ਨਾਲ ਅਸੀਂ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਚਲਾਉਂਦੇ ਹਾਂ, ਠੀਕ ਹੈ ਜੀ। ਸੋ ਅਸੀਂ ਇੱਥੇ ਯੂਜ਼ ਕੀਤਾ ਕਿ ਹਾਊ ਮਾਈਕਰੋ ਆਰਗੈਨਿਜ਼ਮ ਦੇ ਆਰ ਹੈਲਪਫੁਲ ਇਨ ਕੰਟਰੋਲਿੰਗ ਦਾ ਪੈਸਟ ਐਂਡ ਇਨਸੈਕਟ। ਆਪਣੀ ਤੁਸੀਂ ਪਲਾਂਟਸ ਨੂੰ ਬਚਾਉਣਾ ਫਰੋਮ ਪੈਸਟ ਅਤੇ ਇਨਸੈਕਟ ਨੂੰ, ਠੀਕ ਹੈ। ਅਸੀਂ ਇੱਕ ਫੁੱਲ ਯੂਨਿਟ ਪੜ੍ਹਨਾ ਬਾਇਓਟੈਕਨੋਲੋਜੀ ਦਾ, ਅਸੀਂ ਇਹ 'ਚ ਕਈ ਤਰ੍ਹਾਂ ਦੇ ਪਲਾਂਟਸ ਐਸੇ ਪੜ੍ਹਾਂਗੇ ਜਿਹਨੂੰ ਅਸੀਂ ਪੈਸਟ ਇਨਸੈਕਟ ਰੈਜ਼ਿਸਟੈਂਟ ਬਣਾਉਂਦੇ, ਉਹਨਾਂ ਦਾ ਜੀਨ ਇੰਟਰੋਡਿਊਸ ਕਰਾ ਕੇ। ਕਿਸੇ ਬੈਕਟੀਰੀਆ ਦਾ ਜੀਨਸ ਲਿਆ, ਉਹਨੂੰ ਪਲਾਂਟ 'ਚ ਇੰਟਰੋਡਿਊਸ ਕਰਾ ਲਿਆ, ਉਹ ਪਲਾਂਟ ਜਿਹੜਾ ਬੈਕਟੀਰੀਆ ਪਲਾਂਟ ਜਿਹੜਾ ਜੀਨ ਤੁਸੀਂ ਇੰਟਰੋਡਿਊਸ ਕਰਾਇਆ ਉਹ ਪਲਾਂਟ ਨੂੰ ਕੁਛ ਨਹੀਂ ਕਹੇਗਾ, ਪਰ ਉਹ ਐਸਾ ਟੌਕਸਿਕ ਪੈਦਾ ਕਰੇਗਾ ਕਿ ਉਹ ਇਨਸੈਕਟ ਪੈਸਟ ਨੂੰ ਮਾਰ ਦੂਗਾ ਤਾਂ ਤੁਹਾਡਾ ਪਲਾਂਟ ਬਚ ਜਾਏਗਾ, ਰਾਈਟ। ਸੋ ਦਿਸ ਇਜ਼ ਆਲ ਅਬਾਊਟ ਦਿਸ ਟੌਪਿਕ। ਇੱਕ ਲਾਸਟ ਟੌਪਿਕ ਇਸ ਯੂਨਿਟ ਦਾ ਰਹਿ ਗਿਆ ਜੋ ਅਸੀਂ ਆਪਣੀ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ ਕਿ ਜਿਹੜੇ ਸਾਡੇ ਕੋਲ ਮਾਈਕਰੋ ਆਰਗੈਨਿਜ਼ਮਸ ਨੇ ਐਜ਼ ਅ ਫਰਟੀਲਾਈਜ਼ਰ, ਖਾਦਾਂ ਦੀ ਤਰ੍ਹਾਂ ਵੀ ਯੂਜ਼ ਕੀਤੇ ਜਾਂਦੇ ਨੇ।